ਆਓ ਸੁਣੀਏ ਸਵਿੰਦਰ ਸਿੰਘ ਉੱਪਲ ਦੀ ਕਹਾਣੀ 3 ਦਿਨ ਦਾ ਬੇਈਮਾਨ। ਤੇ ਅਖੀਰ ਸਰਕਾਰੀ ਦਫ਼ਤਰ ਵਿੱਚ ਲੱਗੇ ਅਸਿਸਟੈਂਟ ਸਤਿੰਦਰ ਨਾਥ ਨੇ ਆਪਣਾ ਮਕਾਨ ਬਣਾਉਣ ਦੀ ਸਲਾਹ ਬਣਾ ਹੀ ਲਈ। ਦਿੱਲੀ ਵਿੱਚ ਜਿਸ ਕੋਲ ਆਪਣਾ ਆਵਾਜਾਈ ਦਾ ਸਾਧਨ, ਤੀਵੀਂ ਤੇ ਮਕਾਨ ਨਹੀਂ, ਉਸ ਦੀ ਇੱਥੇ ਕੋਈ ਜ਼ਿੰਦਗੀ ਨਹੀਂ। ਵਿਚਾਰੇ ਸਤਿੰਦਰ ਕੋਲ ਇੱਕ ਸਾਈਕਲ ਤਾਂ ਹੈ ਸੀ ਤੇ 3-4 ਸਾਲ ਹੋਏ ਉਸ ਦੀ ਰੋਟੀ ਪਕਾਉਣ ਵਾਲੀ ਵੀ ਆ ਗਈ ਸੀ। ਤੇ ਜੇ ਕੋਈ ਚੀਜ਼ ਇਹਨਾਂ ਵਿੱਚੋਂ ਉਸ ਕੋਲ ਆਪਣੀ ਨਹੀਂ ਸੀ ਤਾਂ ਕੇਵਲ ਮਕਾਨ। ਤੇ ਮਕਾਨ ਨੇ ਹੀ 60 ਰੁਪਏ ਮਹੀਨਾ ਕਿਰਾਇਆ ਦੇਣ ਕਾਰਨ ਉਸ ਦਾ ਕਚੂਮਰ ਕੱਢ ਸੁੱਟਿਆ ਸੀ। 200 ਗਜ਼ ਦਾ ਪਲਾਟ ਤਾਂ ਉਸ ਭਲਿਆਂ ਵਕਤਾਂ ਵਿੱਚ 5 ਰੁਪਏ ਗਜ਼ ਦੇ ਹਿਸਾਬ ਨਾਲ ਖਰੀਦਿਆ ਹੋਇਆ ਸੀ ਤੇ ਹੁਣ ਸਰਕਾਰ ਵੱਲੋਂ 8000 ਰੁਪਏ ਦਾ ਕਰਜ਼ਾ ਮਿਲ ਜਾਣ ਤੇ ਉਸ 3 ਮਹੀਨੇ ਦੀ ਛੁੱਟੀ ਲੈ ਮਕਾਨ ਬਣਾਉਣ ਦੀ ਸਲਾਹ ਪੱਕੀ ਕਰ ਲਈ ਸੀ। ਭਾਵੇਂ ਇਹ ਇਲਾਕਾ ਉਸੇ ਦਫ਼ਤਰ ਤੋਂ 5-6 ਮੀਲ ਦੂਰ ਸੀ, ਪਰ ਇਸ ਤੋਂ ਬਿਨਾਂ ਹੋਰ ਕੋਈ ਉਸ ਕੋਲ ਚਾਰਾ ਵੀ ਨਹੀਂ ਸੀ। ਖੁਸ਼ੀ ਦੇ ਹਰ ਸਮਾਗਮ ਦੇ ਆਰੰਭ ਵਾਂਗ ਮਕਾਨ ਸ਼ੁਰੂ ਕਰਨ ਵੇਲੇ ਵੀ ਮਨੁੱਖ ਬੜਾ ਖੁਸ਼ ਹੁੰਦਾ ਹੈ। ਆਪਣੇ ਉਸਰਦੇ ਮਕਾਨ ਨੂੰ ਤੱਕ ਕੇ ਮਾਲਕ ਨੂੰ ਲਾਲੀਆਂ ਚੜ੍ਹਦੀਆਂ ਹਨ। ਪਰ ਸਧਾਰਨ ਆਮਦਨੀ ਵਾਲੇ ਮਨੁੱਖ ਦੀਆਂ ਮਾਇਕ ਥੁੜਾਂ ਪਹਿਲੀ ਵਾਰ ਮਾਂ ਬਣਨ ਵਾਲੀ ਤੀਵੀ ਦੀਆਂ ਪੀੜਾਂ ਵਾਂਗ ਜਿਉਂ-ਜਿਉਂ ਵੱਧਦੀਆਂ ਜਾਂਦੀਆਂ ਹਨ, ਸਾਰੇ ਦੇ ਸਾਰੇ ਚਾਅ ਖਤਮ ਹੋ ਜਾਂਦੇ ਹਨ। ਇਹੋ ਹਾਲ ਬਾਬੂ ਸਤਿੰਦਰ ਨਾਥ ਦਾ ਵੀ ਹੋਇਆ। ਭਾਵੇਂ ਉਸ ਦੇ ਬੈਂਕ ਵਿੱਚ 2000 ਰੁਪਏ ਹੈ ਸਨ ਅਤੇ 8000 ਰੁਪਇਆ ਸਰਕਾਰ ਤੋਂ ਕਰਜ਼ਾ ਮਿਲ ਗਿਆ ਸੀ, ਪਰ ਮਕਾਨ ਵਰਗੇ ਹਾਥੀ ਦਾ ਇਹਨਾਂ ਰੁਪਇਆਂ ਨਾਲ ਕੀ ਬਣਦਾ ਹੈ? ਫਿਰ ਜਿਸ ਦੇ ਸ਼ੌਂਕ ਬੜੇ ਉੱਚੇ ਤੇ ਵਿਚਾਰ ਬੜੇ ਸੁਹਜਾਤਮਕ ਹੋਣ, ਉਸ ਲਈ ਤਾਂ ਇਹ ਨਿਗੂਣੀ ਰਕਮ ਨਾਲ ਮਕਾਨ ਉਸਰਵਾਣਾ ਬੜਾ ਕਠਿਨ ਕੰਮ ਹੁੰਦਾ ਹੈ। ਸਤਿੰਦਰ ਨੇ ਭਾਵੇਂ ਸ਼ੁਰੂ ਤੋਂ ਹੀ ਆਪਣਾ ਹੱਥ ਖਿੱਚ ਕੇ ਰੱਖਿਆ ਸੀ ਤੇ ਹਰ ਚੀਜ਼ ਨੂੰ ਬਣਵਾਉਣ ਤੋਂ ਪਹਿਲਾਂ ਆਪਣੇ ਕੋਲ ਰਹਿ ਗਈ ਰਕਮ ਵੱਲ ਧਿਆਨ ਕਰ ਲੈਂਦਾ ਸੀ, ਪਰ ਫਿਰ ਵੀ ਰੁਪਏ ਇੰਜ ਗਾਇਬ ਹੋ ਰਹੇ ਸਨ ਜਿਵੇਂ ਕੋਲ ਜਾਣ ਤੇ ਤਲਾਅ ਕਿਨਾਰੇ ਬੈਠੇ ਡੱਡੂ। ਉਸ ਦੀ ਧਰਮ ਪਤਨੀ ਊਸ਼ਾ ਚਾਹੁੰਦੀ ਸੀ ਕਿ ਉਹਨਾਂ ਦਾ ਮਕਾਨ ਮੁਹੱਲੇ ਦੇ ਸਾਰੇ ਮਕਾਨਾਂ ਤੋਂ ਚੰਗਾ ਉਸਰੇ। ਜਦੋਂ ਕਦੀ ਉਹ ਸਤਿੰਦਰ ਨਾਥ ਨੂੰ ਕਿਧਰੇ ਕਿਰਸ ਕਰਦਾ ਵੇਖਦੀ ਤਾਂ ਆਖੇ ਬਿਨਾਂ ਰਹਿ ਨਾ ਸਕਦੀ, ਵੇਖੇ ਨਾ ਪਾਰ ਸਾਹਮਣੇ ਸੁਦੇਸ਼ ਹੋਰਾਂ ਦੀ ਕੋਠੀ ਕਿਤਨੀ ਵਧੀਆ ਬਣ ਰਹੀ ਹੈ। ਉਹਨਾਂ ਦੀ ਗੱਲ ਛੱਡ, ਉਹ ਤਾਂ ਕਈ ਪਾਸਿਆਂ ਤੋਂ ਪੈਸੇ ਕੁਤਰਦੇ ਰਹਿੰਦੇ ਨੇ। ਅਸੀਂ ਘੱਟੋ ਘੱਟ ਇਮਾਨਦਾਰ ਤਾਂ ਹਾਂ। ਚੱਟਦੇ ਰਹਿਣਾ ਇਸ ਆਪਣੀ ਇਮਾਨਦਾਰੀ ਨੂੰ। ਤੇ ਬੁੜ-ਬੁੜ ਕਰਦੀ ਉਹ ਉਸਰ ਦੇ ਮਕਾਨ ਵਿੱਚੋਂ ਬਾਹਰ ਨਿਕਲ ਜਾਂਦੀ। ਸੁਦੇਸ਼ ਉਸ ਦੀ ਸਹੇਲੀ ਸੀ ਅਤੇ ਸਤਿੰਦਰ ਨਾਥ ਦੇ ਦੋਸਤ ਮਿਸਟਰ ਭਾਟੀਆ ਦੀ ਘਰਵਾਲੀ, ਜੋ ਉਸੇ ਕਲੋਨੀ ਵਿੱਚ ਆਪਣੀ ਕੋਠੀ ਬਣਾ ਰਹੀ ਸੀ। ਸਤਿੰਦਰ ਦੇ ਮਕਾਨ ਦੀਆਂ ਛੱਤਾਂ ਪੈ ਚੁੱਕੀਆਂ ਸਨ, ਪਲਸਤਰ ਹੋ ਚੁੱਕੇ ਸਨ ਤੇ ਹੁਣ ਫਰਸ਼ ਬੱਜ ਰਹੇ ਸਨ। ਜੇ ਕੁਝ ਰਹਿ ਗਿਆ ਸੀ ਤਾਂ ਬਸ ਉੱਪਰਲੀ ਟੀਪ-ਟਾਪ, ਦਰਵਾਜ਼ਿਆਂ ਨੂੰ ਸ਼ੀਸ਼ੇ ਲੱਗਣੇ, ਅਲਮਾਰੀਆਂ ਬਣਨੀਆਂ, ਗ੍ਰਿਲਾਂ ਜੜਵਾਣੀਆਂ ਆਦਿ, ਤੇ ਇਹੀ ਚੀਜ਼ਾਂ ਸਨ ਜਿਨ੍ਹਾਂ ਦਾ ਖਰਚਾ ਸਤਿੰਦਰ ਨੂੰ ਤੰਗ ਕਰ ਰਿਹਾ ਸੀ। ਪੈਸਾ ਤਕਰੀਬਨ ਖਤਮ ਹੋ ਚੁੱਕਾ ਸੀ, ਜਿਸ ਕਾਰਨ ਮਾਇਕ ਤੰਗੀ ਦੀ ਡਾਇਣ ਦੂਰੋਂ ਮੂੰਹ ਅੱਡੀ ਆਉਂਦੀ ਉਸ ਨੂੰ ਨਜ਼ਰ ਆ ਰਹੀ ਸੀ। ਮਕਾਨ ਨੂੰ ਅੱਧਾ ਪਚੱਧਾ ਛੱਡਣਾ ਵੀ ਬੜੀ ਨਮੋਸ਼ੀ ਦੀ ਗੱਲ ਸੀ, ਕਿਉਂ ਜੋ ਹੁਣ ਉਹਨਾਂ ਸਾਰੀ ਜ਼ਿੰਦਗੀ ਇਸੇ ਮੁਹੱਲੇ ਵਿੱਚ ਰਹਿਣਾ ਸੀ। ਕਿਰਾਏ ਦੇ ਮਕਾਨ ਵਾਲੀ ਗੱਲ ਨਹੀਂ ਸੀ ਕਿ ਕਦੀ ਕੋਈ ਗਵਾਂਢੀ ਤੇ ਕਦੀ ਕੋਈ। ਸਤਿੰਦਰ ਇਕੱਲਾ ਹੋਣ ਕਾਰਨ ਵਿਚਾਰਾ ਸਾਰਾ ਦਿਨ ਧੁੱਪੇ ਛਤਰੀ ਲੈ ਜਾਂ ਮਿਸਤਰੀਆਂ ਦੇ ਸਿਰ ਉੱਤੇ ਖਲੋਤਾ ਰਹਿੰਦਾ ਤੇ ਜਾਂ ਉਸਾਰੀ ਦਾ ਸਮਾਨ ਲਿਆਉਣ ਲਈ ਨੱਸ ਭੱਜ ਕਰਦਾ ਰਹਿੰਦਾ। ਗਰਮੀਆਂ ਦੇ ਕੜਾਕਵੇਂ ਦਿਨ, ਇਕੱਲਾ ਕਮਾਊ ਸਰੀਰ ਤੇ ਫਿਰ ਤਕਰੀਬਨ ਖਾਲੀ ਹੋ ਚੁੱਕੀਆਂ ਜੇਬਾਂ ਉਸ ਨੂੰ ਬਹੁਤ ਹੀ ਘਬਰਾ ਦਿੰਦੀਆਂ। ਕਦੀ-ਕਦੀ ਤਾਂ ਉਹ ਬਹੁਤ ਉਦਾਸ ਹੋ ਜਾਂਦਾ। ਹਾਲਤ ਇਹ ਸੀ ਕਿ ਉਹ ਤਾਂ ਛੱਡਣ ਨੂੰ ਤਿਆਰ ਸੀ, ਪਰ ਹੁਣ ਕੰਬਲ ਹੀ ਉਸ ਨੂੰ ਨਹੀਂ ਸੀ ਛੱਡਦਾ। ਸੱਚ ਕਹਿੰਦੇ ਹਨ ਕਿ ਵਿਆਹ, ਮਕਾਨ ਤੇ ਮੁਕੱਦਮੇ ਵਿੱਚ ਫਸ ਕੇ ਬੰਦਾ ਨਾ ਅੱਗੇ ਦਾ ਰਹਿੰਦਾ ਹੈ ਤੇ ਨਾ ਪਿੱਛੇ ਦਾ। ਤੇ ਆਖਰ ਜਿਨ੍ਹਾਂ ਨੇ ਉਸ ਤੋਂ ਪੈਸੇ ਲੈਣੇ ਸਨ, ਉਹ ਕਿਤਨੇ ਕੁ ਦਿਨ ਟਾਲੇ ਜਾ ਸਕਦੇ ਸਨ। ਮਿਸਤਰੀ ਸਾਫ਼ ਆਖ ਦਿੱਤਾ ਸੀ, ਬਾਊ ਜੀ ਪਿਛਲੇ ਸਾਰੇ ਪੈਸੇ ਚੁਕਾਓ, ਨਹੀਂ ਤਾਂ ਮੈਨੂੰ ਦੂਜਾ ਤਰੀਕਾ ਵਰਤਣਾ ਪਏਗਾ। ਇੱਟਾਂ ਵਾਲੇ ਦੇ ਭਾਵੇਂ ਥੋੜੇ ਹੀ ਪੈਸੇ ਰਹਿੰਦੇ ਸਨ, ਪਰ 2-4 ਵਾਰੀ ਟਾਲਣ ਕਾਰਨ ਉਸ ਦੀ ਗੱਲ ਤਾਂ ਉਸ ਨੂੰ ਸੁਣਨੀ ਪਈ ਸੀ। ਜੇਬ ਵਿੱਚ ਪੈਸੇ ਤੇ ਹੁੰਦੇ ਨਹੀਂ ਤੇ ਲੋਕੀ ਮਕਾਨ ਬਣਵਾਉਣੇ ਸ਼ੁਰੂ ਕਰ ਦਿੰਦੇ ਨੇ। ਕਿਸੇ ਸਿਆਣੇ ਸੱਚ ਕਿਹਾ ਹੈ
ਕਿ ਕਿਸੇ ਵਸਤੂ ਦੇ ਮੁੱਕਣ ਤੇ ਉਸ ਦੀਆਂ ਕਰੋੜੀਆਂ ਵੀ ਆਸਰਾ ਬਣ ਜਾਂਦੀਆਂ ਹਨ। ਇਹੋ ਗੱਲ ਸਤਿੰਦਰ ਨਾਥ ਦੀ ਸੀ। ਸੈਂਕੜੇ ਰੁਪਏ ਖਰਚਣ ਵਾਲਾ ਸਤਿੰਦਰ ਹੁਣ ਆਨੇ ਦੁਆਨੀਆਂ ਨੂੰ ਬੜਾ ਸੋਚ-ਸੋਚ ਕੇ ਖਰਚਦਾ। ਇੱਕ ਦਿਨ ਉਸਨੂੰ ਖਿਆਲ ਆਇਆ ਕਿ ਡਾਕਖਾਨੇ ਵਿੱਚ ਉਸ ਦੇ ਕੁਝ ਪੈਸੇ ਪਏ ਸਨ। ਡਾਕਖਾਨੇ ਦੀ ਕਾਪੀ ਲੱਭੀ ਗਈ ਜਿਸ ਵਿੱਚ 25 ਰੁਪਏ ਬਕਾਇਆ ਲਿਖੇ ਪਏ ਸਨ। ਕੋਈ 1.5-2 ਸਾਲ ਤੋਂ ਉਸ ਡਾਕਖਾਨੇ ਵਿੱਚ ਨਾ ਕੁਝ ਜਮ੍ਹਾਂ ਕਰਾਇਆ ਸੀ ਤੇ ਨਾ ਹੀ ਕੁਝ ਕਢਵਾਇਆ ਸੀ। ਨਾਲੇ 25 ਰਹਿ ਚੁੱਕੇ ਰੁਪਇਆਂ ਵਿੱਚੋਂ ਅੱਗੇ ਕਢਵਾਉਣ ਦਾ ਸਵਾਲ ਹੀ ਨਹੀਂ ਸੀ ਉੱਠਦਾ। ਮਕਾਨ ਸ਼ੁਰੂ ਕਰਵਾਉਣ ਤੋਂ ਪਹਿਲਾਂ ਉਸ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ। ਜੇ ਕਦੀ ਕੁਝ ਰੁਪਏ ਲੋੜ ਪੈਂਦੇ ਤਾਂ ਬੈਂਕੋਂ ਕਢਾ ਲੈਂਦਾ ਜੋ ਉਸ ਦੇ ਦਫ਼ਤਰ ਦੇ ਨੇੜੇ ਸੀ। ਸੱਚ ਪੁੱਛੋ ਤਾਂ ਉਸ ਨੂੰ ਇਹਨਾਂ 25 ਰੁਪਇਆਂ ਦਾ ਅੱਜ ਤੀਕ ਖਿਆਲ ਹੀ ਨਹੀਂ ਸੀ ਕਦੀ ਆਇਆ। ਬੇਪਰਵਾਹ ਸੁਭਾਅ ਹੋਣ ਕਾਰਨ ਉਸ ਕਦੀ ਪਹਿਲਾਂ ਸੋਚਿਆ ਹੀ ਨਹੀਂ ਸੀ ਕਿ ਉੱਥੇ ਉਸ ਦੀ ਕਿਤਨੀ ਰਕਮ ਬਕਾਇਆ ਹੈ। ਪਰ ਅੱਜ ਉਸ ਨੂੰ 25 ਦੀ ਰਕਮ ਵੀ ਬੜੀ ਵੱਡੀ ਜਾਪ ਰਹੀ ਸੀ। ਕਲੋਨੀ ਦੇ ਡਾਕਖਾਨੇ ਵਿੱਚ ਜਾ ਕੇ ਉਸ ਆਪਣੇ ਹਿਸਾਬ ਦੀ ਤਬਦੀਲੀ ਲਈ ਫਾਰਮ ਭਰ ਦਿੱਤਾ ਤੇ ਡਾਕਖਾਨੇ ਦੀ ਕਾਪੀ ਵੀ ਜਮ੍ਹਾਂ ਕਰਾ ਆਇਆ। ਹਫ਼ਤੇ ਵਿੱਚ ਉਹ 2 ਵਾਰੀ ਪਤਾ ਕਰਨ ਗਿਆ ਪਰ ਕਾਪੀ ਹਾਲਾਂ ਨਹੀਂ ਸੀ ਮੁੜੀ। ਹਫ਼ਤੇ ਪਿੱਛੋਂ ਇਸ ਨੂੰ ਕਾਪੀ ਮਿਲੀ। ਜਦੋਂ ਉਸ ਕਾਪੀ ਖੋਲ੍ਹ ਕੇ ਵੇਖੀ ਤਾਂ ਹੈਰਾਨ ਰਹਿ ਗਿਆ। ਡਾਕਖਾਨੇ ਵਾਲਿਆਂ ਬਕਾਇਆ ਰਕਮ 128 ਰੁਪਏ 50 ਪੈਸੇ ਬਣਾ ਦਿੱਤੀ ਸੀ। ਉਸ ਦਾ ਦਿਲ ਕੀਤਾ ਕਿ ਡਾਕਖਾਨੇ ਦੇ ਬਾਊ ਨੂੰ ਇਹ ਗਲਤੀ ਸੋਧਣ ਲਈ ਆਖੇ, ਪਰ ਫਿਰ ਸੋਚਣ ਲੱਗਾ, ਭਗਵਾਨ ਆਪ ਬੌੜਿਆ ਹੈ। ਇਸ ਸਮੇਂ ਮੈਨੂੰ ਇਸ ਪੈਸੇ ਦੀ ਲੋੜ ਹੈ। ਮੇਰੇ ਵਰਗਾ ਬੇਵਕੂਫ ਕੌਣ ਹੋਵੇਗਾ ਜੋ ਆਪ ਭੁੱਖਾ ਮਰ ਰਿਹਾ ਹੋਵੇ ਤੇ ਆਈ ਲక్ష్ਮੀ ਨੂੰ ਆਪ ਧੱਕੇ ਦੇਵੇ। ਕਿਤਨਾ ਚਿਰ ਉਹ ਜੱਕੋ ਤੱਕੀ ਵਿੱਚ ਪਿਆ ਰਿਹਾ, ਪਰ ਉਹ ਕੋਈ ਨਿਸ਼ਚਿਤ ਫੈਸਲਾ ਨਾ ਕਰ ਸਕਿਆ ਤੇ ਬਿਨਾਂ ਕੁਝ ਕਹੇ ਡਾਕਖਾਨੇ ਦੀ ਕਾਪੀ ਲੈ ਕੇ ਘਰ ਵੱਲ ਤੁਰ ਪਿਆ। ਸਾਰਾ ਰਸਤਾ ਉਹ ਸੋਚਦਾ ਰਿਹਾ, ਇਸ 128 ਨਾਲ ਮਿਸਤਰੀ ਦੇ ਪੈਸੇ ਦੇ ਸਕਾਂਗਾ, ਇੱਟਾਂ ਵਾਲੇ ਦੇ ਮੂੰਹ ਉੱਤੇ ਵੀ 60 ਰੁਪਏ ਮਾਰ ਸਕਾਂਗਾ। ਉਹ ਨਵਾਬ ਦਾ ਪੁੱਤਰ ਵੀ ਭਾਵੇਂ ਆਪ ਝੁੱਗੇ 'ਚੋਂ 80 ਰੁਪਏ ਦਾ ਮੁੰਸ਼ੀ ਹੀ ਹੈ, ਪਰ ਉਸ ਦਿਨ ਕਿਵੇਂ ਆਕੜ ਕੇ ਗੱਲਾਂ ਕਰਦਾ ਸੀ। ਚਲੋ ਸਾਡਾ ਹੋਰ ਕੋਈ ਨਹੀਂ ਤਾਂ ਭਗਵਾਨ ਤੇ ਹੈ। ਜਦੋਂ ਭਗਵਾਨ ਦਿੰਦਾ ਹੈ ਤਾਂ ਛੱਤ ਪਾੜ ਕੇ ਦਿੰਦਾ ਹੈ। ਘਰ ਪਹੁੰਚ ਕੇ ਉਸ ਦਾ ਦਿਲ ਕੀਤਾ ਕਿ ਇਹ ਖੁਸ਼ਖਬਰੀ ਆਪਣੀ ਧਰਮ ਪਤਨੀ ਨੂੰ ਸੁਣਾਏ, ਪਰ ਫਿਰ ਕੁਝ ਝਿਜਕ ਗਿਆ ਕਿ ਜਿਸ ਅੱਗੇ ਮੈਂ ਅੱਜ ਤੀਕ ਆਪਣੀ ਦਿਆਨਤਦਾਰੀ ਦੀਆਂ ਡੀਂਗਾਂ ਮਾਰਦਾ ਰਿਹਾ ਹਾਂ, ਅੱਜ ਉਸੇ ਦੀਆਂ ਨਜ਼ਰਾਂ ਵਿੱਚ 100 ਰੁਪਏ ਪਿੱਛੇ ਬੇਈਮਾਨ ਬਣ ਕੇ ਜ਼ਲੀਲ ਹੋਵਾਂ। ਨਹੀਂ, ਇਹ ਗੱਲ ਮੈਂ ਕਦੇ ਵੀ ਨਹੀਂ ਕਰਨੀ। ਨਾਲੇ ਉਸ ਨੂੰ ਇਹ ਭੇਦ ਦੱਸਣ ਦਾ ਕੋਈ ਲਾਭ ਵੀ ਤੇ ਨਹੀਂ। ਪਰ ਥੋੜੀ ਦੇਰ ਪਿੱਛੋਂ ਹੀ ਮਾਨਸਿਕ ਤਕੜੀ ਦਾ ਛਾਬਾ ਪਲਟ ਗਿਆ। ਉਹ ਸੋਚਣ ਲੱਗਾ, ਇਮਾਨਦਾਰੀ ਤੇ ਬੇਈਮਾਨੀ ਦੋਵੇਂ ਨਾਲੋਂ ਨਾਲ ਚੱਲਦੇ 2 ਰਸਤੇ ਹਨ। ਕਦਮ ਇੱਧਰ ਪਾਉਂਦੇ ਰਹਿਣ ਨਾਲ ਮਨੁੱਖ ਇਮਾਨਦਾਰ ਰਹਿੰਦਾ ਹੈ, ਪਰ ਇਹ ਕਦਮ ਵੀ ਉੱਧਰ ਪੈ ਜਾਣ ਨਾਲ ਮਨੁੱਖ ਬੇਈਮਾਨ ਬਣ ਜਾਂਦਾ ਹੈ। ਮੇਰੇ ਵਰਗਾ ਮੁੱਢ ਤੋਂ ਦਿਆਨਤਦਾਰੀ ਦੇ ਦਮਗਜੇ ਮਾਰਨ ਵਾਲਾ ਮਨੁੱਖ ਵੀ ਅੱਜ ਕੇਵਲ 100 ਛਿੱਲੜਾਂ ਦੀ ਮਾਮੂਲੀ ਜਿਹੀ ਰਕਮ ਲਈ ਜ਼ਲੀਲ ਹੋਣ ਨੂੰ ਤਿਆਰ ਹੋ ਗਿਆ ਹੈ। ਮੇਰੀ ਜ਼ਲਾਲਤ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅੱਜ ਮੈਂ ਪਹਿਲੀ ਵਾਰੀ ਆਪਣੀ ਪਤਨੀ ਤੋਂ ਕੋਈ ਗੱਲ ਲੁਕੋ ਕੇ ਰੱਖਣਾ ਜ਼ਰੂਰੀ ਸਮਝਦਾ ਹਾਂ। ਇਸ ਤੋਂ ਵੱਧ ਮੇਰਾ ਹੋਰ ਕੌਣ ਨਜ਼ਦੀਕੀ ਹੋ ਸਕਦਾ ਹੈ, ਤੇ ਮੈਂ ਆਪਣੇ ਸਭ ਤੋਂ ਨਜ਼ਦੀਕੀ ਮਨੁੱਖ ਨੂੰ ਵੀ ਇਹ ਗੱਲ ਨਹੀਂ ਦੱਸਣਾ ਚਾਹੁੰਦਾ। ਮੇਰੇ ਅੰਦਰ ਸ਼ੈਤਾਨ ਆ ਵੜਿਆ ਹੈ ਜੋ ਮੈਨੂੰ ਮੇਰੀ ਪਤਨੀ ਤੋਂ ਦੂਰ ਲੈ ਜਾਣਾ ਚਾਹੁੰਦਾ ਹੈ। ਇਹ 100 ਰੁਪਇਆ ਪਾਪ ਦੀ ਜੜ ਬਣ ਕੇ ਮੇਰੀ ਆਤਮਾ ਰੂਪੀ ਧਰਤੀ ਵਿੱਚ ਹਮੇਸ਼ਾ ਲਈ ਥਾਂ ਬਣਾਉਣਾ ਚਾਹੁੰਦਾ ਹੈ, ਤਾਂ ਜੋ ਇਹ ਮੈਨੂੰ ਹਰ ਭੈੜੀ ਗੱਲ ਕਰਾਉਣ ਵੇਲੇ ਇਹ ਬੇਈਮਾਨੀ ਚੇਤੇ ਕਰਾ ਕੇ ਹਮੇਸ਼ਾ ਲਈ ਦਬੋਚ ਸਕੇ। ਨਹੀਂ, ਮੈਂ ਇੰਜ ਨਹੀਂ ਹੋਣ ਦਿਆਂਗਾ। ਤੇ ਫਿਰ ਉਹ ਆਪਣੀ ਧਰਮ ਪਤਨੀ ਨਾਲ ਇਹ ਭੇਦ ਸਾਂਝਾ ਕਰਨ ਲਈ ਰਸੋਈ ਵਿੱਚ ਚਲਾ ਗਿਆ, ਪਰ ਉਹ ਰਸੋਈ ਵਿੱਚ ਨਹੀਂ ਸੀ। ਉਹ ਮੁੜ ਕੇ ਫਿਰ ਕਮਰੇ ਵਿੱਚ ਆ ਗਿਆ ਤੇ ਉਸ ਨੇ ਸੋਚ ਘੋੜੇ ਦੀਆਂ ਵਾਗਾਂ ਫਿਰ ਖੁੱਲੀਆਂ ਛੱਡ ਦਿੱਤੀਆਂ। ਪਰ ਪਤਨੀ ਨੂੰ ਦੱਸਣ ਨਾਲੋਂ ਮੈਨੂੰ ਚਾਹੀਦਾ ਹੈ ਕਿ ਡਾਕਖਾਨੇ ਦੇ ਬਾਊ ਨੂੰ ਜਾ ਕੇ ਆਖਾਂ, ਬੇਈਮਾਨ ਤਾਂ ਮੈਂ ਬਣ ਚੁੱਕਾ ਹਾਂ। ਪਤਨੀ ਦੀਆਂ ਨਜ਼ਰਾਂ ਵਿੱਚ ਹੁਣ ਮੈਂ ਆਪਣੀ ਇਹ ਬੇਈਮਾਨ ਨੀਅਤ ਦੱਸ ਕੇ ਇਮਾਨਦਾਰ ਕਿਵੇਂ ਬਣ ਸਕਦਾ ਹਾਂ। 4 ਸਾਲ ਬੇਈਮਾਨ ਨੀਅਤ ਰੱਖਣ ਵਾਲਾ ਵੀ ਬੇਈਮਾਨ ਤੇ 4 ਘੰਟੇ ਵਾਲਾ ਵੀ।
ਜੇ ਮੈਂ ਸੱਚਮੁੱਚ ਦਾ ਇਮਾਨਦਾਰ ਹੁੰਦਾ ਤਾਂ ਉਸੇ ਵੇਲੇ ਹੀ ਡਾਕਖਾਨੇ ਦੇ ਬਾਊ ਨੂੰ ਸਾਰੀ ਗੱਲ ਦੱਸ ਦਿੰਦਾ। ਫਿਰ ਉਸ ਡਾਕਖਾਨੇ ਦੀ ਕਾਪੀ ਖੋਲ੍ਹੀ ਅਤੇ ਲਿਖੇ ਹਿਸਾਬ ਦਾ ਅਖੀਰਲਾ ਵਰਕਾ ਪੜ੍ਹਿਆ। 25 ਰੁਪਏ ਵਿੱਚ 3 ਰੁਪਏ 50 ਨਵੇਂ ਪੈਸੇ ਸੂਦ ਦੇ ਜਮ੍ਹਾਂ ਕਰਕੇ ਜੋੜ 28 ਰੁਪਏ 50 ਨਵੇਂ ਪੈਸੇ ਲਿਖਣ ਦੀ ਥਾਂ ਗਲਤੀ ਨਾਲ 128 ਰੁਪਏ 50 ਨਵੇਂ ਪੈਸੇ ਲਿਖੇ ਹੋਏ ਸਨ। ਵਿਚਾਰੇ ਕਲਰਕ ਦੀ ਹੀ ਨਾ ਕਿਤਰੇ ਗਰੀਬ ਮਾਰ ਹੋ ਜਾਏ। ਉਸ ਨੂੰ ਤਨਖਾਹ ਹੀ 150 ਮਿਲਦੀ ਹੋਣੀ ਹੈ। ਜੇ ਉਸ ਦੀ ਤਨਖਾਹ ਵਿੱਚੋਂ ਇਹ 100 ਰੁਪਇਆ ਕੱਟਿਆ ਗਿਆ ਤਾਂ ਵਿਚਾਰੇ ਦਾ ਕੀ ਹਾਲ ਹੋਏਗਾ। ਨਹੀਂ, ਮੈਨੂੰ ਇੱਕ ਕਲਰਕ ਭਰਾ ਦਾ ਪੇਟ ਇੰਜ ਜਾਣ ਬੁੱਝ ਕੇ ਨਹੀਂ ਕੱਟਣਾ ਚਾਹੀਦਾ। ਤੇ ਉਸ ਦਾ ਦਿਲ ਕੀਤਾ ਕਿ ਉਹ ਹੁਣੇ ਹੀ ਡਾਕਖਾਨੇ ਚਲਾ ਜਾਏ। ਪਰ ਘੜੀ ਵੱਲ ਜਦੋਂ ਉਸ ਵੇਖਿਆ ਤਾਂ ਸ਼ਾਮ ਦੇ 6 ਵੱਜ ਚੁੱਕੇ ਸਨ। ਇਸ ਸਮੇਂ ਤਾਂ ਡਾਕਖਾਨਾ ਬੰਦ ਹੋ ਚੁੱਕਾ ਹੋਣਾ ਹੈ। ਨਾਲੇ ਅੱਜ ਤਾਂ ਸ਼ਨਿਚਰਵਾਰ ਵੀ ਹੈ। ਬਾਕੀ ਰਹੀ ਪਤਨੀ ਨੂੰ ਦੱਸਣ ਦੀ ਗੱਲ, ਉਸ ਨੂੰ ਗੱਲ ਦੱਸਣੀ ਠੀਕ ਨਹੀਂ। ਜ਼ਨਾਨੀਆਂ ਦਾ ਕੁਝ ਪਤਾ ਨਹੀਂ, ਕਿਧਰੇ ਆਂਢ ਗੁਆਂਢ ਗੱਲ ਹੀ ਨਾ ਕਰ ਦੇਵੇ। ਪੈਸੇ ਮੋੜ ਕੇ ਦੇਣ ਤੇ ਵੀ ਐਵੇਂ ਬਦਨਾਮ ਹੋ ਜਾਵਾਂਗਾ। ਕੱਲ ਐਤਵਾਰ ਹੈ ਤੇ ਪਰਸੋਂ ਸਵੇਰੇ ਡਾਕਖਾਨੇ ਜਾ ਕੇ ਬਾਊ ਨੂੰ ਕਹਿ ਆਵਾਂਗਾ। ਐਤਵਾਰ ਸਵੇਰੇ ਹਾਲਾਂ ਉਹ ਜਾਗਿਆ ਹੀ ਸੀ ਕਿ ਕੰਮ ਬੰਦ ਰਹਿਣ ਕਾਰਨ ਕਿਤਨੇ ਦਿਨਾਂ ਪਿੱਛੋਂ ਮਿਸਤਰੀ ਨੇ ਆ ਸ਼ਕਲ ਦੱਸੀ। ਆਉਂਦਿਆਂ ਸਾਰ ਉਸ ਆਵਾਜ਼ਾ ਕੱਸਿਆ, ਬਾਊ ਜੀ, ਸਾਡੇ ਪੈਸਿਆਂ ਦਾ ਕੋਈ ਇੰਤਜ਼ਾਮ ਹੋਇਆ ਕਿ ਨਹੀਂ? ਸਤਿੰਦਰ ਨਾਥ ਦਾ ਦਿਲ ਕੀਤਾ ਕਿ ਉਹ ਉੱਠ ਕੇ ਉਸ ਬੇਸਮਝ ਤੇ ਜਾਹਲ ਦੇ ਮੂੰਹ ਉੱਤੇ 2-3 ਚਪੇੜਾਂ ਜੜ ਦੇਵੇ, ਜਿਸ ਨੂੰ ਗੱਲ ਕਰਨ ਦੀ ਵੀ ਤਮੀਜ਼ ਨਹੀਂ ਸੀ। ਪਰ ਚੂੰਕਿ ਉਸ ਇਸ ਦੇ ਪੈਸੇ ਦੇਣੇ ਸਨ ਤੇ ਗੱਲ ਵਧਾਉਣ ਵਿੱਚ ਆਪਣੀ ਹੀ ਬੇਇੱਜ਼ਤੀ ਸੀ, ਇਸ ਕਾਰਨ ਉਹ ਸਭ ਗੁੱਸਾ ਪੀ ਗਿਆ ਅਤੇ ਬੜੇ ਠਰੰਮੇ ਨਾਲ ਬੋਲਿਆ, ਕੱਲ ਆ ਕੇ ਪੈਸੇ ਲੈ ਜਾਈਂ ਤੇ ਰਹਿੰਦਾ ਕੰਮ ਵੀ 2-4 ਦਿਨਾਂ 'ਚ ਮੁਕਾਉਣ ਦੀ ਕਰ। ਠੀਕ ਹੈ, ਕੱਲ 1 ਤਰੀਕ ਜੋ ਹੋਈ। ਤੇ ਉਹ ਬਾਊ ਸਤਿੰਦਰ ਨਾਥ ਉੱਤੇ ਵਿਅੰਗ ਕਰਕੇ ਚਲਾ ਗਿਆ। ਸਤਿੰਦਰ ਸੋਚਿਆ ਕਿਹੋ ਜਿਹੇ ਜਾਲਾਂ ਨਾਲ ਵਾਹ ਪੈ ਗਿਆ ਹੈ। ਇਹਨਾਂ 2-2 ਪੈਸੇ ਦੇ ਬੰਦਿਆਂ ਦੀ ਵੀ ਕਿਤਨੀ ਆਕੜ ਹੈ। ਪਰ ਉਹ ਮਜਬੂਰ ਸੀ, ਮਰਦਾ ਕੀ ਨਾ ਕਰਦਾ। ਪੈਸੇ ਦੀ ਘਾਟ ਦੀ ਲਾਨਤ ਉਸ ਨੂੰ ਸਭ ਕੁਝ ਸਹਿਣ ਲਈ ਮਜਬੂਰ ਕਰ ਰਹੀ ਸੀ। ਮਿਸਤਰੀ ਨਾਲ ਕੀਤੇ ਇਕਰਾਰ ਨੇ ਉਸ ਨੂੰ ਫਿਰ ਡਾਕਖਾਨੇ ਵਾਲੀ ਗੱਲ ਉੱਤੇ ਸੋਚ ਵਿਚਾਰ ਕਰਨ ਲਈ ਪ੍ਰੇਰਿਆ। ਮੇਰੀਆਂ ਫੈਲਸੂਫੀਆਂ ਨੇ ਮੈਨੂੰ ਮਾਰਿਆ। ਮੇਰੇ ਵਰਗਾ ਡਰਪੋਕ ਕੌਣ ਹੋ ਸਕਦਾ ਹੈ ਜਿਹੜਾ 100 ਰੁਪਇਆ ਵੀ ਨਹੀਂ ਬਚਾ ਸਕਦਾ। ਕਿਤਨਾ ਜਿਗਰਾ ਹੋਣਾ ਹੈ ਉਹਨਾਂ ਲੋਕਾਂ ਦਾ ਜਿਹੜੇ ਹਜ਼ਾਰਾਂ ਉੱਤੇ ਡਕਾਰ ਮਾਰ ਜਾਂਦੇ ਹਨ ਤੇ ਗੱਲ ਦਾ ਧੂੰ ਤੱਕ ਨਹੀਂ ਨਿਕਲਣ ਦਿੰਦੇ। ਕੱਲ ਤਰੀਕ ਤਾਂ ਜ਼ਰੂਰ ਪਹਿਲੀ ਹੈ, ਪਰ ਤਨਖਾਹ ਨੂੰ ਹੜੱਪ ਕਰਨ ਲਈ ਖਰਚੇ ਅੱਗੇ ਹੀ ਮੂੰਹ ਅੱਡੀ ਖਲੋਤੇ ਹਨ। 60 ਰੁਪਏ ਇੱਟਾਂ ਵਾਲੇ ਦੇ, 50 ਰੁਪਏ ਮਿਸਤਰੀ ਦੇ, 40 ਰੁਪਏ ਰੇਤ ਵਾਲੇ ਦੇ, 40 ਰੁਪਏ ਚੂਨੇ ਵਾਲੇ ਦੇ, 30-35 ਦੁਕਾਨਦਾਰ ਦੇ ਜਿਸ ਕੋਲੋਂ ਸਾਰਾ ਮਹੀਨਾ ਉਧਾਰ ਖਾਧਾ ਹੈ ਤੇ ਅੱਗੋਂ ਖਾਣਾ ਹੈ। ਇਸੇ ਤਰ੍ਹਾਂ ਸਾਰੀ ਤਨਖਾਹ ਖਤਮ। ਪਤਨੀ ਦੇ ਆਖਣ ਉੱਤੇ ਉਹ ਸਬਜ਼ੀ ਲੈਣ ਇਹਨਾਂ ਹੀ ਸੋਚਾਂ ਨੂੰ ਨਾਲ ਲੈ ਕੇ ਚਲਾ ਗਿਆ। ਸਬਜ਼ੀ ਲੈਣ ਪਿੱਛੋਂ ਭੀੜ ਭੜੱਕਾ ਹੋਣ ਕਾਰਨ ਦੁਕਾਨਦਾਰ ਦੇ ਚੁਕਾਏ ਭਾਅ ਦੇ ਹਿਸਾਬ ਨਾਲ ਬਣਦੇ ਪੈਸਿਆਂ ਨਾਲੋਂ 10 ਨਵੇਂ ਪੈਸੇ ਘੱਟ ਦੱਸੇ ਅਤੇ ਇਸ ਝਟਪਟ ਪੈਸੇ ਦੇਣ ਦੀ ਕੀਤੀ ਤਾਂ ਜੋ ਉਸ ਨੂੰ ਕਿਧਰੇ ਆਪਣੀ ਭੁੱਲ ਚੇਤੇ ਨਾ ਆ ਜਾਏ। 10 ਪੈਸੇ ਮਾਰਨ ਉੱਤੇ ਉਹ ਰਸਤੇ ਵਿੱਚ ਬੜਾ ਖੁਸ਼ ਹੋਇਆ, ਪਰ ਪਿੱਛੋਂ ਉਸ ਆਪਣੇ ਆਪ ਨੂੰ ਲਾਹਨਤ ਪਾਣੀ ਸ਼ੁਰੂ ਕਰ ਦਿੱਤੀ ਕਿ ਮੈਂ ਇਤਨਾ ਗਿਰ ਗਿਆ ਹਾਂ ਕਿ ਹੁਣ 100 ਤੋਂ ਡਿੱਗ ਕੇ 10 ਪੈਸਿਆਂ ਦੀ ਝੱਖ ਮਾਰਨ ਲੱਗ ਪਿਆ ਹਾਂ। ਸ਼ੈਤਾਨ ਨੇ ਸੱਚਮੁੱਚ ਮੇਰੀ ਜ਼ਮੀਰ ਉੱਤੇ ਕਬਜ਼ਾ ਕਰ ਲਿਆ ਹੈ ਤੇ ਪਤਾ ਨਹੀਂ ਇਹ ਮੈਨੂੰ ਕਿਤਨਾ ਕੁਝ ਹੋਰ ਜ਼ਲੀਲ ਕਰੇਗਾ। 1 ਤਾਰੀਖ ਸਾਫ਼ ਦਿਸ ਪੈਣ ਕਰਕੇ ਦਿਨੇ ਧਰਮ ਪਤਨੀ ਨੇ ਘਰ ਦੀਆਂ ਲੋੜਾਂ ਵੱਲ ਉਸ ਦਾ ਧਿਆਨ ਖਿੱਚਿਆ। ਮੁੰਡੇ ਲਈ ਕੁਝ ਠੰਡੇ ਕੱਪੜੇ ਤੇ ਬੂਟ ਲੈਣੇ ਜ਼ਰੂਰੀ ਸਨ। 1-2 ਸੂਤੀ ਕਮੀਜ਼ਾਂ ਉਸ ਆਪਣੇ ਲਈ ਵੀ ਲੈਣੀਆਂ ਸਨ। ਸਕੀ ਭੈਣ ਦਾ ਇਸ ਮਹੀਨੇ ਵਿਆਹ ਹੋਣ ਕਾਰਨ 50-60 ਰੁਪਏ ਉਸ ਨਾਲ ਵੀ ਖੜਨੇ ਸਨ। ਬਾਊ ਸਤਿੰਦਰ ਨਾਥ ਸਭ ਕੁਝ ਧਿਆਨ ਨਾਲ ਸੁਣਦਾ ਰਿਹਾ ਤੇ ਜ਼ਰਾ ਨਾ ਉਬਾਸ ਰਿਹਾ। ਖਰਚ ਸਾਰੇ ਜ਼ਰੂਰੀ ਸਨ ਤੇ ਉਧਰ ਮਕਾਨ ਵੱਖ ਕਚੂਮਰ ਕੱਢ ਰਿਹਾ ਸੀ। ਉਸ ਨੂੰ ਅੱਜ ਇਸ ਗੱਲ ਵਿੱਚ ਬੜਾ ਵਜ਼ਨ ਦਿਸਣ ਲੱਗ ਪਿਆ ਜਿਸ ਵਿੱਚ ਕਿਸੇ ਕਿਹਾ ਸੀ ਕਿ ਬੇਵਕੂਫ ਮਕਾਨ ਬਣਵਾਉਂਦੇ ਹਨ ਅਤੇ ਸਿਆਣੇ ਉਹਨਾਂ ਵਿੱਚ ਕਿਰਾਏ ਉੱਤੇ ਰਹਿੰਦੇ ਹਨ। ਉਸ ਸੋਚਿਆ, ਹੁਣ ਜੋ ਹੋਏਗਾ ਦੇਖਿਆ ਜਾਏਗਾ।
ਜਾਪਦਾ ਹੈ ਡਾਕਖਾਨੇ ਵਾਲਿਆਂ ਨੂੰ 100 ਰੁਪਏ ਦੀ ਭੁੱਲ ਨਾ ਦੱਸਣ ਉੱਤੇ ਮੈਨੂੰ ਲਾਚਾਰ ਕੀਤਾ ਜਾ ਰਿਹਾ ਹੈ। ਸੋਮਵਾਰ ਸਵੇਰੇ ਉਹ ਦਫ਼ਤਰ ਕੇਵਲ ਤਨਖਾਹ ਲੈਣ ਲਈ ਗਿਆ। ਉਸ ਦੀ ਛੁੱਟੀ ਹਾਲਾਂ 1 ਮਹੀਨੇ ਦੀ ਹੋਰ ਹੈ ਸੀ। ਵਾਪਸੀ ਤੇ ਉਹ ਸੋਚਦਾ ਰਿਹਾ ਕਿ ਕਿਵੇਂ ਇਸ 100 ਰੁਪਏ ਨੂੰ ਪੂਰੀ ਤਰ੍ਹਾਂ ਹਜ਼ਮ ਕੀਤਾ ਜਾਏ। ਉਸ ਨੂੰ ਡਰ ਸੀ ਕਿ ਡਾਕਖਾਨੇ ਵਾਲਾ ਬਾਊ ਆਖਰੀ ਰਕਮ ਉੱਤੇ ਨਜ਼ਰ ਸੁੱਟਦਿਆਂ ਸਾਰ ਗਲਤੀ ਫੜ ਲਏਗਾ। ਇਸ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਸ ਸੋਚਿਆ ਕਿ ਪੈਸੇ ਕਢਾਉਣ ਤੋਂ ਪਹਿਲਾਂ ਤਨਖਾਹ ਵਿੱਚੋਂ 100 ਰੁਪਇਆ ਜਮ੍ਹਾਂ ਕਰਾ ਦਿੱਤਾ ਜਾਏ ਤਾਂ ਜੋ ਰੁਪਏ ਕਢਾਉਣ ਵੇਲੇ ਕਲਰਕ ਦੀ ਨਜ਼ਰ ਗਲਤ ਜੋੜ ਉੱਤੇ ਪਏ ਹੀ ਨਾ। ਤੇ ਉਸ ਇਸੇ ਤਰ੍ਹਾਂ ਕੀਤਾ। ਜਮ੍ਹਾਂ ਕਰਾਉਣ ਵੇਲੇ ਉਸ ਨੂੰ ਕੁਝ ਡਰ ਜ਼ਰੂਰ ਸੀ ਕਿ ਕਿਧਰੇ ਕਲਰਕ ਆਪਣੀ ਭੁੱਲ ਵੇਖ ਹੀ ਨਾ ਲਏ, ਪਰ ਜਦੋਂ ਉਸ 228 ਰੁਪਏ 50 ਨਵੇਂ ਪੈਸੇ ਜੋੜ ਕਰ ਡਾਕਖਾਨੇ ਦੀ ਮੋਹਰ ਲਾ ਇਸ ਨੂੰ ਕਾਪੀ ਦਿੱਤੀ ਤਾਂ ਇਹ ਆਪਣੀ ਕੀਤੀ ਚਲਾਕੀ ਉੱਤੇ ਬਹੁਤ ਖੁਸ਼ ਹੋਇਆ। ਦਿਲ ਤਾਂ ਉਸ ਦਾ ਕਰਦਾ ਸੀ ਕਿ ਆਪਣੀ ਧਰਮ ਪਤਨੀ ਨੂੰ ਆਪਣੀ ਇਸ ਚਲਾਕੀ ਦਾ ਚਮਤਕਾਰ ਦੱਸੇ, ਪਰ ਉਹ ਆਪਣੀ ਜ਼ਬਾਨੀ ਗੱਲ ਕਰਕੇ ਆਪਣੀ ਹੀ ਪਤਨੀ ਅੱਗੇ ਆਪ ਹੀ ਜ਼ਲੀਲ ਨਹੀਂ ਸੀ ਹੋਣਾ ਚਾਹੁੰਦਾ। ਹਾਂ, ਕਦੇ-ਕਦੇ ਉਹ ਮਹਿਸੂਸ ਜ਼ਰੂਰ ਕਰਦਾ ਕਿ ਬੇਈਮਾਨੀ ਦਾ ਇਹ ਜ਼ਹਿਰੀਲਾ ਫੋੜਾ ਉਸ ਨੂੰ ਅੰਦਰੋਂ ਅੰਦਰ ਚੀਸਾਂ ਦੇ ਰਿਹਾ ਸੀ। ਰਾਤ ਉਸ ਸੁਪਨੇ ਵਿੱਚ ਵੇਖਿਆ ਕਿ ਪੁਲਿਸ ਵਾਲੇ ਹੱਥਕੜੀਆਂ ਫੜੀ ਕਿਸੇ ਤੋਂ ਉਸਦੇ ਘਰ ਦਾ ਰਾਹ ਪੁੱਛ ਰਹੇ ਸਨ। ਇਹ ਵੇਖ ਕੇ ਉੱਠ ਠੰਬਰ ਗਿਆ ਤੇ ਉਸ ਦੀ ਜਾਗ ਖੁੱਲ੍ਹ ਗਈ। ਨਾਲ ਦੇ ਮੰਜੇ ਉੱਤੇ ਉਸ ਵੇਖਿਆ ਉਸ ਦੀ ਇਮਾਨਦਾਰ ਪਤਨੀ ਤੇ ਇਮਾਨਦਾਰ ਪੁੱਤਰ ਬੇਫਿਕਰ ਸੁੱਤੇ ਘਰਾੜੇ ਮਾਰ ਰਹੇ ਸਨ। ਪਰ ਉਸਰ ਰਹੇ ਮਕਾਨ ਦਾ ਬੇਈਮਾਨ ਮਾਲਕ ਹਾਲਾਂਕਿ ਕੇਵਲ ਸੁਪਨੇ ਵਿੱਚ ਹੀ ਵੇਖੀ ਪੁਲਿਸ ਕਾਰਨ ਪਸੀਨੋ ਪਸੀਨਾ ਹੋਇਆ ਡਰ ਨਾਲ ਕੰਬ ਰਿਹਾ ਸੀ। ਉਸ ਦਾ ਦਿਲ ਕੀਤਾ ਕਿ ਪਤਨੀ ਨੂੰ ਜਗਾ ਕੇ ਹੁਣੇ ਹੀ ਸਾਰੀ ਦੀ ਸਾਰੀ ਗੱਲ ਦੱਸ ਦੇਵੇ ਤਾਂ ਜੋ ਉਸ ਦੀ ਸਵੇਰ ਤੱਕ ਨੀਅਤ ਫੇਰ ਨਾ ਬਦਲ ਜਾਏ। ਪਰ ਝੱਟ ਹੀ ਉਸ ਆਪਣੇ ਮਰਦਾਊ ਪੁਣੇ ਉੱਤੇ ਲਾਨਤ ਪਾਈ ਕਿ ਕੀ ਮੈਂ ਇੱਕ ਫੈਸਲਾ ਕਰਕੇ ਉਸ ਉੱਤੇ ਡਟੇ ਰਹਿਣ ਦੀ ਸਮਰੱਥਾ ਵੀ ਨਹੀਂ ਰੱਖਦਾ। ਸਵੇਰੇ ਜਾਗਣ ਤੇ ਪਤਨੀ ਨੇ ਉਸ ਨੂੰ ਦੱਸਿਆ ਕਿ ਮੁੰਡੇ ਦਾ ਪਿੰਡਾ ਬੁਖਾਰ ਕਾਰਨ ਅੰਗੀਰ ਵਾਂਗ ਤਪ ਰਿਹਾ ਹੈ। ਸਤਿੰਦਰ ਫੌਰਨ ਡਾਕਟਰ ਨੂੰ ਸੱਦਣ ਚਲਾ ਗਿਆ। ਰਸਤੇ ਵਿੱਚ ਸੋਚਦਾ ਗਿਆ ਕਿ ਇਹ ਸਾਰਾ ਪੁਆੜਾ ਉਸ 100 ਰੁਪਏ ਨੇ ਹੀ ਪਾਇਆ ਜਾਪਦਾ ਹੈ। ਹਾਲਾਂ ਉਹ ਹਰਾਮ ਦਾ ਰੁਪਇਆ ਘਰ ਆਇਆ ਨਹੀਂ ਤੇ ਇਹ ਹਾਲਤ ਹੈ, ਤੇ ਜਦੋਂ ਆ ਜਾਏਗਾ ਤਾਂ ਫਿਰ ਪਤਾ ਨਹੀਂ ਕੀ ਗੁਲ ਖਿਲਾਏਗਾ। ਉਸ ਪ੍ਰਣ ਕੀਤਾ ਕਿ ਹੇ ਭਗਵਾਨ, ਤੂੰ ਮੇਰੇ ਬੱਚੇ ਨੂੰ ਰਾਜ਼ੀ ਕਰ। ਮੈਂ ਅੱਜ ਹੀ ਡਾਕਖਾਨੇ ਜਾ ਕੇ ਇਹ ਟੰਟਾ ਮੁਕਾ ਆਵਾਂਗਾ ਅਤੇ ਅੱਗੋਂ ਤੋਂ ਅਜਿਹੀ ਕਮੀਨੀ ਗੱਲ ਕਦੇ ਵੀ ਆਪਣੇ ਨੇੜੇ ਫਟਕਣ ਨਹੀਂ ਦਿਆਂਗਾ। ਡਾਕਟਰ ਇੰਜੈਕਸ਼ਨ ਕਰਕੇ ਚਲਾ ਗਿਆ। ਸਤਿੰਦਰ ਦੀ ਅਸਧਾਰਨ ਘਬਰਾਹਟ ਦਾ ਕਾਰਨ ਉਸ ਦੀ ਧਰਮ ਪਤਨੀ ਨੇ ਬੱਚੇ ਦਾ ਬੁਖਾਰ ਸਮਝਿਆ। ਮੈਂ ਕਿਹਾ, ਜੀ ਤੁਸੀਂ ਅੱਗੇ ਤਾਂ ਕਦੀ ਇਤਨੇ ਨਹੀਂ ਘਾਬਰੇ, ਸਗੋਂ ਮੈਨੂੰ ਹੌਸਲਾ ਕਰਦੇ ਸੋ। ਅੱਜ ਤੁਹਾਨੂੰ ਹੋ ਕੀ ਗਿਆ ਏ? ਤੇ ਉਹ ਬਿਨਾਂ ਜਵਾਬ ਦਿੱਤੇ ਬਾਹਰ ਡਾਕਖਾਨੇ ਵੱਲ ਚਲਾ ਗਿਆ। ਡਾਕਖਾਨਾ ਖੁੱਲ੍ਹਣ ਵਿੱਚ ਹਾਲਾਂ 10-15 ਮਿੰਟ ਰਹਿੰਦੇ ਸਨ, ਪਰ ਇਹ ਉੱਥੇ ਹੀ ਖਲੋਤਾ ਡਾਕਖਾਨੇ ਦੇ ਬਾਊ ਨੂੰ ਉਡੀਕਦਾ ਰਿਹਾ। ਉਸ ਦੇ ਕੁਰਸੀ ਉੱਤੇ ਬੈਠਣ ਸਾਰ ਇਸ ਕਾਪੀ ਉਸ ਦੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਅਤੇ ਗਲਤੀ ਵੱਲ ਉਸ ਦਾ ਧਿਆਨ ਦਿਵਾਇਆ। ਬਾਊ ਨੇ ਸਾਰਾ ਕੁਝ ਚੰਗੀ ਤਰ੍ਹਾਂ ਵੇਖ ਕੇ ਉਸ ਨੂੰ ਦੱਸਿਆ ਕਿ ਗਲਤੀ ਹੁਣ ਨਹੀਂ ਹੋਈ, 1.5 ਸਾਲ ਪਹਿਲਾਂ ਹੋਈ ਸੀ, ਜਦੋਂ ਕਿਸੇ ਬਾਊ ਕੋਲੋਂ ਗਲਤੀ ਨਾਲ ਉਸ ਦਾ ਬਕਾਇਆ ਕੱਢਣ ਵੇਲੇ 100 ਰੁਪਇਆ ਘੱਟ ਲਿਖਿਆ ਗਿਆ ਸੀ। ਸਤਿੰਦਰ ਇੰਜ ਮਹਿਸੂਸ ਕੀਤਾ ਜਿਵੇਂ ਉਸ ਦਾ ਬੁਖਾਰ ਲੱਥ ਗਿਆ ਹੋਵੇ। ਭਾਵੇਂ ਇਹ 100 ਰੁਪਇਆ ਉਸ ਦਾ ਆਪਣਾ ਹੀ ਸੀ, ਪਰ ਉਸ ਮਹਿਸੂਸ ਕੀਤਾ ਜਿਵੇਂ ਇਸ ਨੇ ਉਸ ਨੂੰ 3 ਦਿਨ ਤਾਂ ਬੇਈਮਾਨ ਬਣਾਈ ਰੱਖਿਆ ਸੀ।